ਅਕਾਲ ਜੀ। ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ। ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ, ਕਰੰਟ ਅਫੇਅਰਸ, ਸਿਵਿਕਸ, ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ। ਅੱਜ ਦੀ ਵੀਡੀਓ ਪੰਜਾਬੀ ਪੈਡਾਗੋਗੀ ਮੌਕ ਟੈਸਟ ਦੀ ਇੱਕ ਲੜੀ ਸ਼ੁਰੂ ਕੀਤੀ ਹੈ। ਹਿਸਟਰੀ, SST ਤੇ ਪੰਜਾਬੀ ਦੀ ਮੌਕ ਟੈਸਟ ਨੰਬਰ 6। ਵਿਸ਼ਾ ਹੈ ਜੀ ਪੜ੍ਹਨ ਕੌਸ਼ਲ, ਰੀਡਿੰਗ ਸਕਿੱਲ। ਪੀਟੈਟ 1 ਤੇ 2 ਦੇ ਵਿਦਿਆਰਥੀਆਂ ਲਈ ਇਹ ਮੌਕ ਟੈਸਟ ਹੈ ਜੀ। ਬੱਚੇ ਨੂੰ ਲਿਪੀ ਨੂੰ ਪੜ੍ਹਨ ਦੇ ਨਾਲ ਹੋਰ ਕਿਸ ਚੀਜ਼ ਦਾ ਬੋਧ ਹੋਣਾ ਚਾਹੀਦਾ ਹੈ ਜਾਂ ਬੋਧ ਹੋਣਾ ਬਹੁਤ ਜ਼ਰੂਰੀ ਹੈ। ਬੋਧ ਮੀਨ ਗਿਆਨ। ਭਾਵ ਤੇ ਅਰਥ, ਸ਼ਬਦ ਤੇ ਧੁਨੀ, ਸ਼ਬਦ ਤੇ ਅਰਥ, ਧੁਨੀ ਤੇ ਅਰਥ। ਬੱਚੇ ਨੂੰ ਲਿਪੀ ਨੂੰ ਪੜ੍ਹਨ ਦੇ ਨਾਲ ਹੋਰ ਕਿਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਹੈ। ਜਦੋਂ ਬੱਚਾ ਕਿਤਾਬ ਪੜ੍ਹ ਰਿਹਾ ਹੈ ਤਾਂ ਪੜ੍ਹਨ ਕੌਸ਼ਲ ਤਾਂ ਉਸਨੂੰ ਆਉਂਦਾ ਹੈ, ਇਸ ਦੇ ਨਾਲ ਉਸਨੂੰ ਹੋਰ ਕਿਸ ਚੀਜ਼ ਦਾ ਗਿਆਨ ਹੋਣਾ ਚਾਹੀਦਾ ਜੀ। ਤਾਂ ਸਾਨੂੰ ਗਿਆਨ ਹੋਣਾ ਚਾਹੀਦਾ ਭਾਵ ਤੇ ਅਰਥ। ਭਾਵ ਪੜ੍ਹੀ ਹੋਈ ਜਿਹੜੀ ਪੜ੍ਹ ਰਿਹਾ ਹੈ ਉਹ ਚੀਜ਼ ਉਸ ਦੇ ਭਾਵ ਤੇ ਅਰਥ ਨੂੰ ਉਹ ਸਮਝ ਸਕੇ। ਪ੍ਰਸ਼ਨ ਨੰਬਰ 2, ਪੜ੍ਹਦੇ ਸਮੇਂ ਅੱਖਾਂ ਤੇ ਕਿਤਾਬ ਵਿਚਕਾਰ ਕਿੰਨੀ ਦੂਰੀ ਹੋਣੀ ਚਾਹੀਦੀ ਹੈ? 20 ਸੈਂਟੀਮੀਟਰ, 10 ਸੈਂਟੀਮੀਟਰ, 18 ਸੈਂਟੀਮੀਟਰ, 30 ਸੈਂਟੀਮੀਟਰ। ਅੱਖਾਂ ਤੇ ਕਿਤਾਬ ਵਿਚਕਾਰ ਕਿੰਨੀ ਦੂਰੀ ਹੋਣੀ ਚਾਹੀਦੀ ਹੈ? 4 ਆਪਸ਼ਨ ਨੇ, ਇੱਕ ਆਪਸ਼ਨ ਸਹੀ ਕਲਿੱਕ ਕਰਦੇ ਹਾਂ ਆਪਾਂ ਤਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ ਜੀ ਕੀ ਆਉਂਦਾ ਹੈ। ਪੜ੍ਹਦੇ ਸਮੇਂ ਅੱਖਾਂ ਅਤੇ ਕਿਤਾਬ ਦੇ ਵਿਚਕਾਰ 30 ਸੈਂਟੀਮੀਟਰ ਜਿਹੜੀ ਹੈ ਉਹ ਦੂਰੀ ਹੋਣੀ ਚਾਹੀਦੀ ਹੈ। ਘੱਟ ਤੋਂ ਘੱਟ 30 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਮੌਕ ਟੈਸਟ 6, ਪੜ੍ਹਨ ਕੌਸ਼ਲ। ਪੁਸਤਕ ਪੜ੍ਹਦੇ ਸਮੇਂ ਕਿੰਨੇ ਡਿਗਰੀ ਦਾ ਕੋਣ ਬਣਨਾ ਚਾਹੀਦਾ ਹੈ? 65 ਡਿਗਰੀ, 70 ਡਿਗਰੀ, 95 ਡਿਗਰੀ ਜਾਂ 45 ਡਿਗਰੀ। ਆਪਾਂ ਪੁਸਤਕ ਪੜ੍ਹ ਰਹੇ ਹਾਂ ਤਾਂ ਪੁਸਤਕ ਆਪਾਂ ਖੱਬੇ ਹੱਥ 'ਚ ਫੜੀ ਹੈ ਤਾਂ ਕੋਣ ਕਿੰਨੇ ਡਿਗਰੀ ਦਾ ਹੋਣਾ ਚਾਹੀਦਾ ਹੈ? 4 ਕੋਣ ਦਿੱਤੇ ਨੇ, 65, 70, 95 ਜਾਂ 45। ਤਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ ਕੀ ਆਉਂਦਾ ਹੈ। 45 ਡਿਗਰੀ ਦਾ ਕੋਣ ਜੋ ਹੈ ਉਹ ਬਣਿਆ ਹੋਣਾ ਚਾਹੀਦਾ ਹੈ ਜਦੋਂ ਆਪਾਂ ਕਿਤਾਬ ਪੜ੍ਹਦੇ ਹਾਂ। ਮੌਕ ਟੈਸਟ 6 ਦਾ ਅਗਲਾ ਪ੍ਰਸ਼ਨ ਪੜ੍ਹਨ ਕੌਸ਼ਲ ਜੋ ਅੱਜ ਦਾ ਵਿਸ਼ਾ ਹੈ ਉਸ ਦਾ ਅਗਲਾ ਪ੍ਰਸ਼ਨ ਹੈ ਜੀ, ਲਿਪੀਬੰਦ ਪੜ੍ਹਨ ਦਾ ਗਿਆਨ ਨਾ ਹੋਣ ਕਾਰਨ ਵਿਅਕਤੀ ਤੇ ਕੀ ਅਸਰ ਪੈਂਦਾ ਹੈ? ਭਾਵ ਲਿਖੀ ਹੋਈ ਚੀਜ਼ ਨੂੰ ਜੇ ਬੱਚਾ ਜਾਂ ਵਿਅਕਤੀ ਨਹੀਂ ਪੜ੍ਹਦਾ ਤਾਂ ਉਸ 'ਤੇ ਕੀ ਅਸਰ ਪੈਂਦਾ ਹੈ? ਸੁਤੰਤਰ ਸੋਚ ਦਾ ਮਾਲਕ ਹੋਣਾ, ਦੂਜਿਆਂ 'ਤੇ ਨਿਰਭਰ ਹੋਣਾ, ਆਪਣੇ ਆਪ ਪੜ੍ਹਨਾ, ਆਪਣੇ ਆਪ ਲਿਖਣਾ। ਦੇਖੋ ਕੋਈ ਵੀ ਵਿਅਕਤੀ ਜੋ ਲਿਖੀ ਹੋਈ ਹੈ ਚੀਜ਼ ਉਸ ਨੂੰ ਨਹੀਂ ਪੜ੍ਹ ਸਕਦਾ ਤਾਂ ਉਸ 'ਤੇ ਕਿਸ ਚੀਜ਼ ਦਾ ਜਿਹੜਾ ਹੈ ਅਸਰ ਪੈਂਦਾ ਹੈ? 4 ਆਪਸ਼ਨਸ ਦਿੱਤੀਆਂ ਮੈਂ ਤੁਹਾਨੂੰ। ਇੱਕ ਸਹੀ ਆਪਸ਼ਨ ਦੇਖਦੇ ਹਾਂ ਇਸ ਦਾ ਕੀ ਆਉਂਦਾ ਹੈ। ਜੇਕਰ ਵਿਅਕਤੀ ਲਿਖੀ ਹੋਈ ਵਸਤੂ ਨੂੰ ਨਹੀਂ ਪੜ੍ਹਦਾ ਤਾਂ ਉਹ ਦੂਜਿਆਂ 'ਤੇ ਨਿਰਭਰ ਹੋ ਕੇ ਰਹਿ ਜਾਂਦਾ ਹੈ, ਕਿਉਂਕਿ ਆਪ ਤਾਂ ਉਸ ਨੂੰ ਪੜ੍ਹਨਾ ਨਹੀਂ ਆਉਂਦਾ। ਇੱਕ ਅਨਪੜ੍ਹ ਵਿਅਕਤੀ ਦੂਸਰਿਆਂ 'ਤੇ ਨਿਰਭਰ ਹੋ ਕੇ ਰਹਿ ਜਾਂਦਾ ਹੈ ਔਰ ਹਮੇਸ਼ਾ ਧੋਖਾ ਖਾਂਦਾ ਹੈ। ਮਨ ਹੀ ਮਨ ਵਿੱਚ ਬਿਨਾਂ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ? ਉੱਚੀ ਪਾਠ, ਅਰਧ ਉੱਚੀ ਪਾਠ, ਮੌਨ ਪਾਠ, ਹੋਲੀ ਪਾਠ। ਪੜ੍ਹਦੇ ਤਾਂ ਹਾਂ ਲੇਕਿਨ ਮਨ ਹੀ ਮਨ ਵਿੱਚ ਨਾਲੋਂ ਨਾਲ ਆਪਾਂ ਉਹਦੇ ਅਰਥ ਗ੍ਰਹਿਣ ਕਰੀ ਜਾਂਦੇ ਹਾਂ। ਇਸ ਕਿਰਿਆ ਨੂੰ ਕੀ ਕਹਿੰਦੇ ਨੇ? 4 ਆਪਸ਼ਨਸ ਦਿੱਤੀਆਂ ਨੇ, ਚਾਰਾਂ ਚੋਂ ਇੱਕ ਸਹੀ ਆਪਸ਼ਨ ਦੇਖਦੇ ਹਾਂ ਇਸ ਦਾ ਕੀ ਆਉਂਦਾ ਹੈ ਜੀ, ਮੌਨ ਪਾਠ। ਮਨ ਹੀ ਮਨ ਵਿੱਚ ਪੜ੍ਹਨਾ ਬਿਨਾਂ ਆਵਾਜ਼ ਕੀਤੇ ਉਸ ਨੂੰ ਆਪਾਂ ਕਹਿੰਦੇ ਹਾਂ ਮੌਨ ਪਾਠ। ਔਰ ਇਹ ਵੱਡੀਆਂ ਜਮਾਤਾਂ ਦੇ ਬੱਚੇ, ਉੱਚ ਜਿਹੜੀਆਂ ਜਮਾਤਾਂ ਨੇ ਉਹਨਾਂ ਦੇ ਬੱਚਿਆਂ ਲਈ ਮੌਨ ਪਾਠ ਹੁੰਦਾ ਹੈ। ਵਾਚਨ ਭਾਸ਼ਾ ਸਿੱਖਿਆ ਦਾ ਕਿੰਨਵਾਂ ਕੌਸ਼ਲ ਹੈ? ਵਾਚਨ ਮਤਲਬ ਪੜ੍ਹਨਾ, ਪੜ੍ਹਨਾ ਨੂੰ ਵਾਚਨ ਵੀ ਕਹਿੰਦੇ ਨੇ। ਕਿੰਨਵਾਂ ਕੌਸ਼ਲ ਹੈ ਜੀ? 4 ਕੌਸ਼ਲ ਨੇ, ਉਹਨਾਂ 'ਚੋਂ ਕਿੰਨਵਾਂ ਕੌਸ਼ਲ ਹੈ? ਪਹਿਲਾ, ਦੂਜਾ, ਚੌਥਾ ਜਾਂ ਤੀਜਾ। ਪੜ੍ਹਨਾ ਜਾਂ ਵਾਚਨ
ਭਾਸ਼ਾ ਸਿੱਖਿਆ ਦੇ 4 ਕੌਸ਼ਲ ਨੇ, ਉਹਨਾਂ ਵਿੱਚੋਂ ਕਿੰਨਵਾਂ ਕੌਸ਼ਲ ਹੈ? ਇਸ ਦਾ ਸਹੀ ਉੱਤਰ ਆਪਾਂ ਦੇਖਦੇ ਹਾਂ। ਤਾਂ ਇਸ ਦਾ ਸਹੀ ਉੱਤਰ ਹੈ ਜੀ ਤੀਸਰਾ, ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਲਿਖਣਾ ਚੌਥਾ ਕੌਸ਼ਲ ਹੈ, ਤਾਂ ਪੜ੍ਹਨਾ ਸਾਡੇ ਕੋਲ ਤੀਸਰਾ ਜੋ ਸਕਿੱਲ ਹੈ, ਲੈਂਗੁਏਜ ਸਿੱਖਣ ਦੀ, ਭਾਸ਼ਾ ਸਿੱਖਣ ਦਾ ਤੀਸਰਾ ਕੌਸ਼ਲ ਹੈ। ਵਾਚਨ ਸਿੱਖਿਆ ਵਿੱਚ ਅਧਿਆਪਕ ਬੱਚੇ ਨੂੰ ਕੀ ਸਿਖਾਉਂਦਾ ਹੈ? ਲਿਖਣਾ, ਸਮਝਣਾ ਤੇ ਸੋਚਣਾ, ਪੜ੍ਹਨਾ ਜਾਂ ਬੋਲਣਾ। ਵਾਚਨ ਸਿੱਖਿਆ ਅਧਿਆਪਕ ਬੱਚੇ ਨੂੰ ਦੇ ਰਿਹਾ ਹੈ, ਤਾਂ ਉਹ ਬੱਚੇ ਨੂੰ ਵਾਚਨ ਸਿੱਖਿਆ ਦੁਆਰਾ ਕੀ ਸਿਖਾਉਣਾ ਚਾਹੁੰਦਾ ਹੈ ਜਾਂ ਕੀ ਸਿਖਾ ਰਿਹਾ ਹੈ? 4 ਆਪਸ਼ਨਸ ਨੇ, ਇਹਨਾਂ ਚਾਰਾਂ 'ਚੋਂ ਇੱਕ ਦੇਖਦੇ ਹਾਂ ਆਪਾਂ ਕੀ ਹੈ ਜੀ। ਇਸ ਦਾ ਸਹੀ ਉੱਤਰ ਕਿ ਵਾਚਨ ਸਿੱਖਿਆ ਦੇ ਦੁਆਰਾ ਅਧਿਆਪਕ ਬੱਚੇ ਨੂੰ ਪੜ੍ਹਨਾ ਸਿਖਾਉਂਦੇ ਹਨ, ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਵਾਚਨ ਕੌਸ਼ਲ ਪੜ੍ਹਨ ਕੌਸ਼ਲ ਨੂੰ ਹੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਮੌਕ ਟੈਸਟ 6 ਦਾ, ਬੱਚੇ ਨੂੰ ਵਾਚਨ ਸਿਖਾਉਣ ਲਈ ਕਿਹੜੀ ਵਿਧੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ? ਵਾਕ ਬੋਧ ਵਿਧੀ, ਸ਼ਬਦ ਬੋਧ ਵਿਧੀ, ਅੱਖਰ ਬੋਧ ਵਿਧੀ ਜਾਂ ਉਪਰੋਕਤ ਸਾਰੇ। ਬੱਚੇ ਨੂੰ ਆਪਾਂ ਪੜ੍ਹਨਾ ਸਿਖਾਉਣਾ ਹੈ, 4 ਵਿਧੀਆਂ ਮੈਂ ਥੱਲੇ ਦਿੱਤੀਆਂ ਨੇ, ਪੁਰਾਣੇ ਸਮੇਂ ਤੋਂ ਕਿਹੜੀ ਵਿਧੀ ਚੱਲੀ ਆ ਰਹੀ ਹੈ? ਤਾਂ 4 ਆਪਸ਼ਨ 'ਚੋਂ ਇੱਕ ਸਹੀ ਆਪਸ਼ਨ ਦੇਖਦੇ ਹਾਂ ਕਿਹੜਾ ਆਉਂਦਾ ਹੈ। ਤਾਂ ਇਸ ਦਾ ਸਹੀ ਉੱਤਰ ਹੈ ਜੀ ਪੁਰਾਣੇ ਸਮੇਂ ਤੋਂ ਬੱਚੇ ਨੂੰ ਪੜ੍ਹਨਾ ਸਿਖਾਉਣ ਦੇ ਲਈ ਅੱਖਰ ਬੋਧ ਵਿਧੀ ਚੱਲੀ ਆ ਰਹੀ ਹੈ। ਭਾਵ ਪਹਿਲਾਂ ਬੱਚਿਆਂ ਨੂੰ ਧੁਨੀਆਂ ਅੱਖਰਾਂ ਦਾ ਜਿਹੜਾ ਹੈ ਉਹ ਪਹਿਚਾਣ ਕਰਾਈ ਜਾਂਦੀ ਹੈ, ਅੱਖਰਾਂ ਤੋਂ ਸ਼ਬਦ, ਸ਼ਬਦ ਤੇ ਅਰਥ ਤੇ ਫਿਰ ਉਸਦੇ ਵਾਕ ਬਣਾਏ ਜਾਂਦੇ ਹਨ। ਤਾਂ ਅੱਖਰ ਬੋਧ ਵਿਧੀ ਇਸ ਦਾ ਸਹੀ ਉੱਤਰ ਹੈ। ਪੜ੍ਹਦੇ ਸਮੇਂ ਅੱਖਾਂ, ਹੱਥ, ਹੋਰ ਅੰਗਾਂ ਦੀ ਸੰਚਾਲਨ, ਉਚਿਤ ਆਸਨ ਵਿੱਚ ਬੈਠਣਾ ਜਾਂ ਖੜੇ ਹੋਣਾ ਕੀ ਅਖਵਾਉਂਦਾ ਹੈ? ਲਿਖਣ ਦਾ ਢੰਗ, ਬੋਲਣ ਦਾ ਢੰਗ, ਸੁਣਨ ਦਾ ਢੰਗ ਜਾਂ ਵਾਚਨ ਦਾ ਢੰਗ। ਜੇਕਰ ਅਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਮੇਰੇ ਚੈਨਲ ਦਾ ਉਦੇਸ਼ ਘੱਟ ਸਮੇਂ 'ਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣਾ ਹੈ, ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਸੋ ਇਸ ਨੂੰ ਆਪਾਂ ਕੀ ਕਹਿੰਦੇ ਹਾਂ? ਵਾਚਨ ਦਾ ਢੰਗ। ਵਾਚਨ ਮੀਨ ਪੜ੍ਹਨਾ, ਕਿਸੇ ਚੀਜ਼ ਨੂੰ ਪੜ੍ਹਨ ਦਾ ਢੰਗ। ਅਗਲਾ ਪ੍ਰਸ਼ਨ ਮੌਕ ਟੈਸਟ ਨੰਬਰ 6, ਵਿਸ਼ਾ ਹੈ ਅੱਜ ਦਾ ਪੜ੍ਹਨ ਕੌਸ਼ਲ। ਭਾਸ਼ਾ ਵਰਕਸ਼ਾਪ ਕਿਸ ਨੂੰ ਕਿਹਾ ਜਾਂਦਾ ਹੈ? ਸਕੂਲ ਨੂੰ, ਸਮਾਜ ਨੂੰ, ਲਾਇਬ੍ਰੇਰੀ ਨੂੰ ਜਾਂ ਪਰਿਵਾਰ ਨੂੰ? ਭਾਸ਼ਾ ਦੀ ਵਰਕਸ਼ਾਪ, ਜਿੱਥੇ ਬੱਚਾ ਭਾਸ਼ਾ ਸਿੱਖਦਾ ਹੈ, ਭਾਸ਼ਾ ਦੇ ਨਵੇਂ-ਨਵੇਂ ਸ਼ਬਦ ਉਹ ਗ੍ਰਹਿਣ ਕਰਦਾ ਹੈ, ਉਹ ਕਿਸ ਨੂੰ ਕਿਹਾ ਜਾਂਦਾ ਹੈ? 4 ਆਪਸ਼ਨਸ ਨੇ ਜੀ। ਤਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ। ਭਾਸ਼ਾ ਦੀ ਵਰਕਸ਼ਾਪ ਜੋ ਹੈ ਉਹ ਲਾਇਬ੍ਰੇਰੀ ਨੂੰ ਕਿਹਾ ਜਾਂਦਾ ਹੈ, ਕਿਉਂਕਿ ਲਾਇਬ੍ਰੇਰੀ ਵਿੱਚ ਜਾ ਕੇ ਬੱਚਾ ਮੌਨ ਪਾਠ ਕਰਦਾ ਹੈ, ਅਲੱਗ-ਅਲੱਗ ਕਿਤਾਬਾਂ ਦਾ ਅਧਿਐਨ ਕਰਦਾ ਹੈ ਤੇ ਉਸ ਦੇ ਭੰਡਾਰ ਵਿੱਚ, ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ, ਗਿਆਨ ਵਿੱਚ ਵਾਧਾ ਹੁੰਦਾ ਹੈ। ਅਧਿਆਪਕ ਬੱਚੇ ਦੇ ਸਾਹਮਣੇ ਮੌਖਿਕ ਰੂਪ ਵਿੱਚ ਉਸ ਨੂੰ ਸ਼ੁੱਧ ਉਚਾਰਨ, ਗਤੀ, ਲੈ ਨਾਲ ਪਾਠ ਪੜ੍ਹ ਕੇ ਸੁਣਾਉਂਦਾ ਹੈ, ਤਾਂ ਉਸ ਨੂੰ ਕੀ ਕਹਿੰਦੇ ਹਨ? ਉੱਚੀ ਪਾਠ, ਮੌਨ ਪਾਠ, ਆਦਰਸ਼ ਪਾਠ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਅਧਿਆਪਕ ਬੱਚੇ ਦੇ ਸਾਹਮਣੇ ਮੌਖਿਕ ਰੂਪ ਵਿੱਚ ਬੋਲ ਕੇ ਸ਼ੁੱਧ ਉਚਾਰਨ, ਗਤੀ ਤੇ ਲੈਅ ਦੇ ਨਾਲ ਕੋਈ ਪਾਠ ਪੜ੍ਹਦਾ ਹੈ, ਉਸ ਨੂੰ ਸੁਣਾਉਂਦਾ ਹੈ, ਤਾਂ ਆਪਾਂ ਇਸ ਨੂੰ ਕੀ ਕਹਾਂਗੇ? 4 ਆਪਸ਼ਨਸ ਨੇ, ਚਾਰਾਂ ਵਿੱਚੋਂ ਇੱਕ ਸਹੀ ਆਪਸ਼ਨ ਹੈ ਜੀ ਆਦਰਸ਼ ਪਾਠ। ਕਿ ਅਧਿਆਪਕ ਬੱਚੇ ਦੇ ਸਾਹਮਣੇ ਕਵਿਤਾ ਕਿਵੇਂ ਪੜ੍ਹਨੀ ਹੈ, ਕਹਾਣੀ ਕਿਵੇਂ ਪੜ੍ਹਨੀ ਹੈ, ਇਕਾਂਗੀ ਕਿਵੇਂ ਪੜ੍ਹਨੀ ਹੈ, ਉਸ ਨੂੰ ਉਚਿਤ ਗਤੀ ਤੇ ਲੈਅ ਵਿੱਚ ਪੜ੍ਹ ਕੇ ਸੁਣਾਉਂਦਾ ਹੈ, ਤਾਂ ਉਸ ਨੂੰ ਆਦਰਸ਼ ਪਾਠ ਕਿਹਾ ਜਾਂਦਾ ਹੈ। ਪਾਠ ਪੁਸਤਕ ਨੂੰ ਪੜ੍ਹਨਾ ਵਾਚਨ ਦੀ ਕਿਹੜੀ ਕਿਸਮ ਹੈ? ਸਥੂਲ ਵਾਚਨ, ਅਸਥੂਲ ਵਾਚਨ, ਸੂਖਮ ਵਾਚਨ ਜਾਂ ਸ਼ੁੱਧ ਵਾਚਨ? ਪਾਠ ਪੁਸਤਕ ਨੂੰ ਪੜ੍ਹਨਾ ਵਾਚਨ ਦੀ ਕਿਹੜੀ ਕਿਸਮ ਚਾਹੁੰਦਾ ਹੈ? 4 ਕਿਸਮਾਂ ਦਿੱਤੀਆਂ ਨੇ, ਚਾਰਾਂ ਚੋਂ ਆਪਾਂ ਇੱਕ ਸਹੀ ਆਪਸ਼ਨ ਚੁਣਦੇ ਹਾਂ। ਪਾਠ ਪੁਸਤਕ ਨੂੰ ਪੜ੍ਹਨਾ ਕਿਹੜੀ ਕਿਸਮ ਹੈ ਜੀ ਵਾਚਨ ਦੀ?
ਸੂਖਮ ਵਾਚਨ, ਵਾਚਨ ਦੋ ਤਰ੍ਹਾਂ ਦੇ ਹੀ ਹੁੰਦੇ ਨੇ, ਦੋ ਕਿਸਮਾਂ ਨੇ, ਸੂਖਮ ਤੇ ਸਥੂਲ ਵਾਚਨ, ਤੇ ਪਾਠ ਪੁਸਤਕ ਪੜ੍ਹਨਾ ਸੂਖਮ ਵਾਚਨ ਚਾਹੁੰਦਾ ਹੈ। ਅਗਲਾ ਪ੍ਰਸ਼ਨ ਮੌਕ ਟੈਸਟ 6 ਦਾ, ਮੌਨ ਪਾਠ ਦਾ ਕੀ ਅਰਥ ਹੈ? ਉੱਚੀ ਪੜ੍ਹਨਾ, ਹੌਲੀ ਪੜ੍ਹਨਾ, ਤੇਜ਼ ਪੜ੍ਹਨਾ, ਚੁੱਪਚਾਪ ਮਨ ਵਿੱਚ ਪੜ੍ਹਨਾ। ਮੌਨ ਪਾਠ ਤੋਂ ਕੀ ਭਾਵ ਹੈ? ਇਹ ਪ੍ਰਸ਼ਨ ਅੱਗੇ ਵੀ ਆ ਚੁੱਕਾ ਹੈ ਔਰ ਬੜਾ ਹੀ ਇੰਪੋਰਟੈਂਟ ਹੈ। ਆਪਾਂ ਦੇਖਦੇ ਹਾਂ ਕਿ ਇਸ ਦਾ ਅਰਥ ਕੀ ਹੈ ਜੀ। ਮੌਨ ਪਾਠ ਦਾ ਅਰਥ ਕੀ ਹੈ? ਪੀਟੈਟਿਕ ਤੇ 2 ਦੇ ਵਿਦਿਆਰਥੀਆਂ ਲਈ ਪੰਜਾਬੀ ਪੈਡਾਗੋਗੀ ਦੇ ਟੈਸਟ, ਮੌਕ ਟੈਸਟ ਮੈਂ ਸ਼ੁਰੂ ਕੀਤੇ ਨੇ। ਉਸ ਟੈਸਟਾਂ ਦੀ ਲੜੀ 'ਚ ਮੌਕ ਟੈਸਟ ਨੰਬਰ 6 ਹੈ ਜੀ। ਤਾਂ ਚੁੱਪਚਾਪ ਮਨ ਵਿੱਚ ਪੜ੍ਹਨਾ, ਬਿਨਾਂ ਆਵਾਜ਼ ਪੜ੍ਹਨਾ, ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਮੌਨ ਪਾਠ। ਤੇ ਮੌਨ ਪਾਠ ਮੈਂ ਅੱਗੇ ਵੀ ਦੱਸਿਆ ਹੈ ਕਿ ਵੱਡੀਆਂ ਕਲਾਸਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਸਹਾਇਕ ਸਿੱਧ ਹੁੰਦਾ ਹੈ। ਪ੍ਰਾਇਮਰੀ ਕਲਾਸ 'ਚ ਉੱਚੀ ਪਾਠ ਜੋ ਹੈ ਉਹਨਾਂ ਨੂੰ ਪੜ੍ਹਨ 'ਚ ਸਹਾਇਕ ਸਿੱਧ ਹੁੰਦਾ ਹੈ। ਸ਼ਬਦਾਂ ਦੇ ਮੂਲ ਨੂੰ ਜਾਣਨ ਦੇ ਲਈ ਕਿਸ ਕਿਸਮ ਦਾ ਕੋਸ਼ ਵਧੇਰੇ ਸਹਾਇਕ ਸਿੱਧ ਹੁੰਦਾ ਹੈ? ਨਿਰਕੁਤ ਕੋਸ਼, ਸ਼ਬਦ ਕੋਸ਼, ਅਰਥ ਕੋਸ਼, ਵਾਕ ਕੋਸ਼। ਇਹ ਜਿਹੜਾ ਪ੍ਰਸ਼ਨ ਹੈ ਦਸੰਬਰ 2015 ਦੇ ਜੋ ਪੀਟੈਟ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਪੁੱਛਿਆ ਗਿਆ ਕਿ ਸ਼ਬਦਾਂ ਦੇ ਅਸੀਂ ਮੂਲ ਨੂੰ ਪਹਿਚਾਨਣਾ ਹੈ ਕਿ ਸ਼ਬਦ ਬਣਿਆ ਕਿਵੇਂ ਹੈ, ਤਾਂ ਉਸ ਨੂੰ ਕਹਿੰਦੇ ਨੇ ਨਿਰਕੁਤ ਕੋਸ਼। ਸ਼ਬਦ ਕੋਸ਼ ਕਿਹੜਾ ਹੁੰਦਾ ਹੈ ਜੀ? ਜਦੋਂ ਆਪਾਂ ਸ਼ਬਦਾਂ ਦੇ ਅਰਥ ਜਾਣਦੇ ਹਾਂ। ਤਾਂ ਨਿਰਕੁਤ ਕੋਸ਼ ਉਸ ਦੀ ਬਣਾਵਟ ਬਾਰੇ ਸਾਨੂੰ ਦੱਸਦਾ ਹੈ ਵੀ ਇਹ ਸ਼ਬਦ ਆਇਆ ਕਿੱਥੋਂ ਹੈ। ਹੇਠ ਲਿਖਿਆ ਵਿੱਚੋਂ ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ? ਕਿਹੜਾ ਪਾਠ ਉੱਚੀ ਉੱਚੀ ਪੜ੍ਹਨਾ ਚਾਹੀਦਾ ਹੈ ਜੀ? ਸਵੈ ਜੀਵਨੀ, ਕਹਾਣੀ, ਸਫ਼ਰਨਾਮਾ ਜਾਂ ਲੇਖ। 4 ਆਪਸ਼ਨਸ ਨੇ। ਉੱਚੀ ਉੱਚੀ ਕਿਸ ਦਾ ਪਾਠ ਕਰਨਾ ਚਾਹੀਦਾ ਹੈ? ਸਵੈ ਜੀਵਨੀ, ਕਹਾਣੀ, ਸਫ਼ਰਨਾਮਾ ਜਾਂ ਲੇਖ ਦਾ। ਤਾਂ ਇਸ ਦਾ ਸਹੀ ਉੱਤਰ ਦੇਖਦੇ ਹਾਂ ਕੀ ਆਉਂਦਾ ਹੈ। ਤਾਂ ਇਸ ਦਾ ਸਹੀ ਉੱਤਰ ਹੈ ਜੀ ਕਹਾਣੀ ਦਾ ਜੋ ਪਾਠ ਹੈ ਉਹ ਬੱਚੇ ਨੂੰ ਉੱਚੀ ਉੱਚੀ ਕਰਵਾਉਣਾ ਚਾਹੀਦਾ ਹੈ ਜਾਂ ਪੜ੍ਹਾਉਣਾ ਚਾਹੀਦਾ ਹੈ। ਮੌਕ ਟੈਸਟ 6 ਦਾ ਅਗਲਾ ਪ੍ਰਸ਼ਨ ਪੈਡਾਗੋਗੀ ਦੇ 5 ਟੈਸਟ ਮੈਂ ਇਸ ਚੈਨਲ ਤੇ ਕਰਵਾ ਚੁੱਕੀ ਹਾਂ। ਜੇ 6ਵਾਂ ਟੈਸਟ ਹੈ ਜੀ। ਪੜ੍ਹਨ ਕੌਸ਼ਲ ਵਿੱਚ ਸਭ ਤੋਂ ਮਹੱਤਵਪੂਰਨ ਕੀ ਹੈ? ਉਚਾਰਨ ਦੀ ਸ਼ੁੱਧਤਾ, ਅਰਥ ਗ੍ਰਹਿਣ ਕਰਨਾ, ਲਿਪੀ ਚਿੰਨ੍ਹਾਂ ਦੀ ਜਾਣਕਾਰੀ, ਤੇਜ਼ ਗਤੀ ਨਾਲ ਪੜ੍ਹਨਾ। ਦੇਖੋ ਜਦੋਂ ਆਪਾਂ ਪੜ੍ਹ ਰਹੇ ਹਾਂ ਤਾਂ ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ? 4 ਆਪਸ਼ਨਸ ਦਿੱਤੀਆਂ ਮੈਂ ਤੁਹਾਨੂੰ, ਚਾਰਾਂ 'ਚ ਇੱਕ ਸਹੀ ਆਪਸ਼ਨ ਤੁਸੀਂ ਚੁਣੋ। ਤਾਂ ਪੜ੍ਹਨ ਕੌਸ਼ਲ ਵਿੱਚ ਸਭ ਤੋਂ ਮਹੱਤਵਪੂਰਨ ਹੈ ਅਰਥ ਗ੍ਰਹਿਣ ਕਰਨਾ। ਭਾਵ ਜਿਹੜੀ ਵੀ ਚੀਜ਼ ਆਪਾਂ ਪੜ੍ਹ ਰਹੇ ਹਾਂ ਉਸ ਦੇ ਅਰਥਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਾਂ ਪੜ੍ਹ ਰਹੇ ਹਾਂ ਲੇਕਿਨ ਅਰਥ ਨਹੀਂ ਗ੍ਰਹਿਣ ਕਰ ਰਹੇ ਤਾਂ ਉਸ ਨੂੰ ਅਸੀਂ ਪੜ੍ਹਨਾ ਨਹੀਂ ਕਹਾਂਗੇ। ਤਾਂ ਪੜ੍ਹਨ ਕੌਸ਼ਲ ਵਿੱਚ ਅਰਥ ਗ੍ਰਹਿਣ ਕਰਨਾ ਸਭ ਤੋਂ ਮਹੱਤਵਪੂਰਨ ਹੈ। ਬੱਚਾ ਸੁਭਾਵਿਕ ਰੂਪ ਵਿੱਚ ਆਪਣੇ ਘਰ ਤੇ ਸਮਾਜ ਤੋਂ ਕੀ ਸਿੱਖਦਾ ਹੈ, ਕੀ ਗ੍ਰਹਿਣ ਕਰਦਾ ਹੈ? ਸ਼ਬਦ, ਵਿਆਕਰਨ, ਵਾਕ ਜਾਂ ਭਾਸ਼ਾ। ਸੁਭਾਵਿਕ ਰੂਪ ਵਿੱਚ ਬੱਚਾ ਕੀ ਸਿੱਖਦਾ ਹੈ? ਘਰ ਤੇ ਪਰਿਵਾਰ, ਘਰ ਤੇ ਸਮਾਜ ਤੋਂ ਬੱਚਾ ਕੀ ਗ੍ਰਹਿਣ ਕਰਦਾ ਹੈ, ਕੀ ਸਿੱਖਦਾ ਹੈ? 4 ਆਪਸ਼ਨਸ ਨੇ। ਤਾਂ ਇਸ ਦਾ ਸਹੀ ਉੱਤਰ ਹੈ ਜੀ, ਹਾਂਜੀ ਸ਼ਾਬਾਸ਼, ਭਾਸ਼ਾ। ਭਾਸ਼ਾ ਉਹ ਸਾਧਨ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ ਔਰ ਜਿਸ ਨੂੰ ਸਿੱਖਣ ਦੇ ਲਈ ਕਿਸੇ ਵੀ ਸਕੂਲ ਕਾਲਜ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ। ਬੱਚਾ ਇਸ ਨੂੰ ਸਹਿਜ ਸੁਭਾਅ ਆਪਣੇ ਆਪ ਸਿੱਖਦਾ ਹੈ। ਇਕਾਂਗੀ ਪਾਠ ਮੂਲ ਰੂਪ ਵਿੱਚ ਕਿਸ ਵਿੱਚ ਸਹਾਇਕ ਹੁੰਦੇ ਹਨ? ਇਕਾਂਗੀ ਪਾਠ ਕਰਾ ਰਹੇ ਹੋ, ਕਿਸ ਚੀਜ਼ ਵਿੱਚ ਸਹਾਇਕ ਹੈ? ਅਭਿਆਸ ਦੀ ਕੁਸ਼ਲਤਾ, ਵਾਕ ਰਚਨਾ ਦੀ ਜਾਣਕਾਰੀ, ਲਿਖਣ ਕੌਸ਼ਲ ਦਾ ਵਿਕਾਸ ਜਾਂ ਉਚਿਤ ਉਤਾਰ ਚੜਾਅ ਨਾਲ ਬੋਲਣਾ। ਆਪਾਂ ਇਕਾਂਗੀ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਤਾਂ ਜਦੋਂ ਆਪਾਂ ਇਕਾਂਗੀ ਪੜ੍ਹਾਉਂਦੇ ਹਾਂ ਤਾਂ ਪਾਤਰਾਂ ਦੇ ਜਿਹੜੇ ਡਾਇਲੋਗ ਨੇ, ਵਾਰਤਾਲਾਪ ਨੇ, ਪਾਤਰ ਦਾ ਨਾਂ ਲਿਖ ਕੇ ਡੈਸ਼ ਪਾ ਕੇ ਅੱਗੇ ਜਿਹੜਾ ਹੈ ਵਾਰਤਾਲਾਪ ਤੇ ਨਾਲ ਅੱਗੇ ਬ੍ਰੈਕਟ 'ਚ ਕੁਛ ਲਿਖਿਆ ਹੁੰਦਾ ਹੈ।
ਤਾਂ ਇਕਾਂਗੀ ਦੇ ਰਾਹੀਂ ਅਸੀਂ ਉਚਿਤ ਉਤਾਰ ਚੜਾਅ ਦੇ ਨਾਲ ਬੋਲਣਾ ਬੱਚੇ ਨੂੰ ਸਿਖਾਉਂਦੇ ਹਾਂ, ਪੜ੍ਹਨਾ ਬੱਚੇ ਨੂੰ ਸਿਖਾਉਂਦੇ ਹਾਂ ਕਿ ਇਕਾਂਗੀ ਕਿਵੇਂ ਪੜ੍ਹੀ ਜਾਂਦੀ ਹੈ, ਪਾਤਰਾਂ ਦੇ ਹਾਵ ਭਾਵ ਨੂੰ ਲੈ ਕੇ ਕਿਵੇਂ ਅਸੀਂ ਇਕਾਂਗੀ ਪੜ੍ਹਦੇ ਹਾਂ। ਪੜ੍ਹਨ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ? ਸ਼ਬਦਾਂ ਨੂੰ ਠੀਕ ਰੂਪ ਵਿੱਚ ਬੋਲਣਾ, ਕੇਵਲ ਅਰਥ ਪਹਿਚਾਨਣਾ, ਤੇਜ਼ ਗਤੀ ਨਾਲ ਪੜ੍ਹਨਾ ਜਾਂ ਸੰਦਰਭ ਅਨੁਸਾਰ ਅਰਥ ਸਮਝਣਾ। ਦੇਖੋ, ਪੜ੍ਹਨ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੈ? 4 ਆਪਸ਼ਨਸ ਦਿੱਤੀਆਂ ਮੈਂ ਤੁਹਾਨੂੰ, ਚਾਰਾਂ ਚੋਂ ਤੁਸੀਂ ਇੱਕ ਸਹੀ ਆਪਸ਼ਨ ਚੁਣੋ। ਤਾਂ ਪੜ੍ਹਨ ਕੌਸ਼ਲ ਵਿੱਚ ਸਭ ਤੋਂ ਜ਼ਰੂਰੀ ਕੀ ਹੈ? ਸੰਦਰਭ ਅਨੁਸਾਰ ਅਰਥ ਸਮਝਣਾ। ਕਿ ਜੇ ਤੁਸੀਂ ਕਵਿਤਾ, ਕਹਾਣੀ, ਨਾਵਲ, ਨਾਟਕ ਪੜ੍ਹ ਰਹੇ ਹੋ ਤਾਂ ਤੁਹਾਨੂੰ ਉਹਦੇ ਕਵਿਤਾ ਦੇ ਅਰਥਾਂ ਦੇ ਬਾਰੇ ਜਾਣਕਾਰੀ, ਅਰਥਾਂ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਸੰਦਰਭ ਅਨੁਸਾਰ ਅਰਥ ਗ੍ਰਹਿਣ ਕਰਨਾ ਸਹੀ ਆਪਸ਼ਨ ਹੈ। ਘਰੋਂ ਬੱਚਾ ਕਿਹੜਾ ਕੌਸ਼ਲ ਸਿੱਖਦਾ ਹੈ? ਦੇਖੋ, 4 ਕੌਸ਼ਲ ਨੇ ਭਾਸ਼ਾ ਦੇ। ਘਰੋਂ ਕਿਹੜਾ ਸਿੱਖ ਕੇ ਆਉਂਦਾ ਹੈ ਜੀ? ਬੋਲਣਾ ਤੇ ਲਿਖਣਾ, ਪੜ੍ਹਨਾ ਤੇ ਲਿਖਣਾ, ਸੁਣਨਾ ਤੇ ਪੜ੍ਹਨਾ ਜਾਂ ਸੁਣਨਾ ਤੇ ਬੋਲਣਾ। ਭਾਸ਼ਾ ਦੇ 4 ਕੌਸ਼ਲ ਨੇ, ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ। ਘਰੋਂ ਬੱਚਾ ਕੀ ਸਿੱਖਦਾ ਹੈ? 4 ਕੌਸ਼ਲ 'ਚੋਂ ਕਿਹੜੇ 2 ਕੌਸ਼ਲ ਅਸੀਂ ਮੰਨਦੇ ਹਾਂ ਕਿ ਬੱਚਾ ਘਰੋਂ ਸਿੱਖਦਾ ਹੈ? ਉਹ ਹੈ ਜੀ ਸੁਣਨਾ ਤੇ ਬੋਲਣਾ। ਇਹੀ ਕਾਰਨ ਹੈ ਕਿ ਅਸੀਂ ਸਕੂਲਾਂ ਦੇ ਵਿੱਚ ਬੱਚੇ ਨੂੰ ਸਿਰਫ 2 ਕੌਸ਼ਲ ਹੀ ਸਿਖਾਉਂਦੇ ਹਾਂ, ਪੜ੍ਹਨਾ ਤੇ ਲਿਖਣਾ। ਅਸੀਂ ਸਮਝਦੇ ਹਾਂ ਕਿ ਸੁਣਨਾ ਤੇ ਬੋਲਣਾ ਇਹ ਕੌਸ਼ਲ ਤਾਂ ਉਹ ਘਰੋਂ ਸਿੱਖ ਕੇ ਆਇਆ ਹੈ। ਭਾਸ਼ਾ ਦੇ ਅਭਿਵ੍ਰਿਤਾਤਮਕ ਕੌਸ਼ਲ ਕਿਹੜੇ ਹਨ? ਸੁਣਨਾ, ਪੜ੍ਹਨਾ, ਬੋਲਣਾ, ਲਿਖਣਾ। ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ। ਅਭਿਵ੍ਰਿਤਾਤਮਕ ਹੁੰਦਾ ਨਕਲ ਰਾਹੀਂ ਜੋ ਆਪਾਂ ਕੌਸ਼ਲ ਸਿੱਖਦੇ ਹਾਂ। ਉਹ 4 ਕੌਸ਼ਲਾਂ ਵਿੱਚੋਂ ਕਿਹੜੇ ਕੌਸ਼ਲ ਨੇ ਜਿਹੜਾ ਬੱਚਾ ਆਪਣੇ ਆਲੇ ਦੁਆਲੇ ਤੋਂ ਨਕਲ ਰਾਹੀਂ ਸਿੱਖਦਾ ਹੈ, ਜਿਸ ਨੂੰ ਸਿੱਖਣ 'ਚ ਉਸਨੂੰ ਕੋਈ ਵੀ ਕੋਸ਼ਿਸ਼ ਨਹੀਂ ਕਰਨੀ ਪੈਂਦੀ? ਉਹ ਹੈ ਜੀ ਸੁਣਨਾ ਤੇ ਬੋਲਣਾ। ਇਹਨੂੰ ਅਭਿਵ੍ਰਿਤਾਤਮਕ ਕੌਸ਼ਲ ਆਪਾਂ ਕਹਿੰਦੇ ਹਾਂ। ਪੜ੍ਹਨ ਤੇ ਲਿਖਣ ਦੇ ਲਈ ਬੱਚੇ ਨੂੰ ਅਭਿਆਸ ਕਰਨਾ ਪੈਂਦਾ ਹੈ, ਕੋਸ਼ਿਸ਼ ਕਰਨੀ ਪੈਂਦੀ ਹੈ, ਯਤਨ ਕਰਨਾ ਪੈਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਪੜ੍ਹਨ ਸੰਬੰਧੀ ਕਿਰਿਆ ਦਾ ਦੋਸ਼ ਨਹੀਂ ਹੈ? ਕਿਹੜਾ ਹੈ ਜੀ? ਅਸ਼ੁੱਧ ਉਚਾਰਨ। ਦੋਸ਼ ਲੱਭਣਾ ਆਪਾਂ, ਅੜ ਅੜ ਕੇ ਪੜ੍ਹਨਾ ਦੋਸ਼ ਨਹੀਂ ਹੈ। ਭਾਵਾਂ ਦੇ ਅਨੁਕੂਲ ਨਾ ਪੜ੍ਹਨਾ, ਪੜ੍ਹਨ ਵਿੱਚ ਸਹੀ ਗਤੀ। ਦੇਖੋ, ਦੋਸ਼ ਨਹੀਂ ਹੈ। ਪ੍ਰਸ਼ਨ ਧਿਆਨ ਨਾਲ ਸੁਣ ਲਓ ਕਿ ਪੜ੍ਹਨ ਸੰਬੰਧੀ ਕਿਰਿਆ ਦਾ ਦੋਸ਼ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ? ਤਾਂ ਇਸ ਦਾ ਸਹੀ ਉੱਤਰ ਹੈ ਜੀ ਪੜ੍ਹਨ ਵਿੱਚ ਸਹੀ ਗਤੀ ਦਾ ਹੋਣਾ। ਇਹ ਦੋਸ਼ ਨਹੀਂ ਹੈ ਉਸਦਾ, ਇਹ ਉਸਦਾ ਗੁਣ ਹੈ ਕਿ ਉਚਿਤ ਗਤੀ, ਲੈ ਦੇ ਨਾਲ ਕਿਸੇ ਚੀਜ਼ ਨੂੰ ਪੜ੍ਹਨਾ ਇਹ ਉਸਦੇ ਗੁਣਾਂ 'ਚ ਆਉਂਦਾ ਹੈ, ਔਗੁਣਾਂ 'ਚ ਨਹੀਂ ਆਉਂਦਾ। ਮੌਕ ਟੈਸਟ ਨੰਬਰ 6 ਦਾ ਪ੍ਰਸ਼ਨ ਨੰਬਰ 23, ਉੱਚੀ ਪੜ੍ਹਨ ਕਿਰਿਆ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਤੇ ਸਭ ਤੋਂ ਘੱਟ ਧਿਆਨ ਦੇਣਾ ਚਾਹੀਦਾ ਹੈ? ਜਦੋਂ ਆਪਾਂ ਬੱਚੇ ਨੂੰ ਉੱਚੀ ਉੱਚੀ ਪੜ੍ਹਾਉਂਦੇ ਹਾਂ ਤਾਂ ਕਿਸ ਚੀਜ਼ ਤੇ ਸਭ ਤੋਂ ਘੱਟ ਧਿਆਨ ਦੇਣਾ ਚਾਹੀਦਾ ਹੈ? ਸ਼ੁੱਧਤਾ ਤੇ ਸਪਸ਼ਟਤਾ, ਭਾਵਾਂ ਅਨੁਸਾਰ ਪੜ੍ਹਨਾ, ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਜਾਂ ਸਥਾਨਿਕ ਬੋਲੀਆਂ ਦਾ ਪ੍ਰਭਾਵ। ਹੇਠ ਲਿਖੇ 4 ਆਪਸ਼ਨ 'ਚੋਂ ਜਦੋਂ ਬੱਚੇ ਨੂੰ ਪ੍ਰਾਇਮਰੀ ਸਕੂਲ 'ਚ ਅਸੀਂ ਉੱਚੀ ਉੱਚੀ ਪੜ੍ਹਨਾ ਸਿਖਾਉਂਦੇ ਹਾਂ ਤਾਂ ਕਿਸ ਗੱਲ ਵੱਲ ਸਾਨੂੰ ਸਭ ਤੋਂ ਘੱਟ ਧਿਆਨ ਦੇਣਾ ਚਾਹੀਦਾ ਹੈ? ਤਾਂ ਉਹ ਹੈ ਜੀ ਸਥਾਨਿਕ ਬੋਲੀਆਂ ਦਾ ਪ੍ਰਭਾਵ, ਇਲਾਕਿਆਂ ਦੇ ਪ੍ਰਭਾਵ, ਉਪ ਬੋਲੀਆਂ ਦਾ ਪ੍ਰਭਾਵ। ਇਸ ਵੱਲ ਸਾਨੂੰ ਘੱਟ ਧਿਆਨ ਦੇਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਮੌਕ ਟੈਸਟ 6 ਦਾ ਪ੍ਰਸ਼ਨ ਨੰਬਰ 24 ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣ ਉੱਚੀ ਪਾਠ ਵਿੱਚ ਹੋਣਾ ਚਾਹੀਦਾ ਹੈ? ਜਦੋਂ ਬੱਚੇ ਨੂੰ ਉੱਚੀ ਉੱਚੀ ਪੜ੍ਹਾਉਂਦੇ ਹਾਂ ਤਾਂ ਕਿਹੜਾ ਗੁਣ ਹੋਣਾ ਚਾਹੀਦਾ ਹੈ? ਉੱਚੀ ਆਵਾਜ਼, ਉਚਿਤ ਲੈ ਤੇ ਗਤੀ, ਉਚਿਤ ਹਾਵ ਭਾਵ ਜਾਂ ਉਪਰੋਕਤ ਸਾਰੇ। 2 ਤਰ੍ਹਾਂ ਦੇ ਪਾਠ ਨੇ, ਉੱਚੀ ਪਾਠ ਤੇ ਮੌਨ ਪਾਠ। ਉੱਚੀ ਪਾਠ ਜੋ ਹੈ ਉਹ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਹੈ ਤੇ ਮੌਨ ਪਾਠ ਉਹ ਸੀਨੀਅਰ ਸੈਕੰਡਰੀ ਜਾਂ ਹਾਈ ਸਕੂਲ ਜਾਂ ਜਿਹੜੀ ਉੱਚ ਐਜੂਕੇਸ਼ਨ ਹੈ ਉਸ ਵਿੱਚ ਕਰਵਾਏ ਜਾਂਦੇ ਹੈ। ਤਾਂ ਉੱਚੀ ਆਵਾਜ਼, ਉਚਿਤ ਗਤੀ ਤੇ ਲੈ ਤੇ ਗਤੀ ਤੇ ਉਚਿਤ ਹਾਵ ਭਾਵ ਨਾਲ ਪੜ੍ਹਨਾ,
ਜੋ ਹੈ ਇਸ ਦੇ ਗੁਣਾਂ 'ਚ, ਇਸ ਦੀ ਕੁਆਲਿਟੀ 'ਚ ਆਉਂਦਾ ਹੈ। ਪੜ੍ਹਨ ਦੇ ਨਾਲ ਵਿਦਿਆਰਥੀ ਵਿੱਚ ਕਿਸ ਚੀਜ਼ ਦਾ ਵਾਧਾ ਹੁੰਦਾ ਹੈ? ਆਪਾਂ ਬੱਚੇ ਨੂੰ ਪੜ੍ਹਨ ਕੌਸ਼ਲ ਸਿਖਾ ਰਹੇ ਹਾਂ, ਸਕੂਲ 'ਚ ਬੱਚੇ ਨੂੰ ਪੜ੍ਹਨਾ ਸਿਖਾਇਆ ਜਾਂਦਾ, ਤਾਂ ਉਸ ਵਿੱਚ ਕਿਸ ਚੀਜ਼ ਦਾ ਵਾਧਾ ਹੁੰਦਾ ਹੈ? ਗਿਆਨ ਦਾ, ਸੋਚ ਤੇ ਸਮਝ ਦਾ, ਵਾਕ ਬੋਧ ਦਾ ਜਾਂ ਸ਼ਬਦ ਭੰਡਾਰ ਦਾ? ਪੜ੍ਹਨਾ ਬੱਚੇ ਵਿੱਚ ਕਿਸ ਚੀਜ਼ ਦਾ ਵਾਧਾ ਕਰਦਾ ਹੈ? ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਪੜ੍ਹਨਾ ਪੜ੍ਹਨ ਦੇ ਨਾਲ ਬੱਚੇ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਜੇਕਰ ਉਸ ਕੋਲ ਸ਼ਬਦ ਭੰਡਾਰ ਹੋਏਗਾ ਤਾਂ ਹੀ ਉਹ ਵਾਕਾਂ ਦੀ ਰਚਨਾ ਕਰ ਸਕਦਾ ਹੈ। ਤਾਂ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ। ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਮੌਕ ਟੈਸਟਾਂ ਦੀ ਜੋ ਇੱਕ ਲੜੀ SST PTET 2 ਦੇ ਵਿਦਿਆਰਥੀਆਂ ਲਈ, ਪੰਜਾਬੀ ਪੈਡਾਗੋਗੀ PTET 1 ਤੇ 2 ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਹੈ। ਉਸ ਲੜੀ 'ਚ ਅੱਜ ਮੌਕ ਟੈਸਟ ਨੰਬਰ 6 ਜਿਸ ਦਾ ਵਿਸ਼ਾ ਸੀ ਪੜ੍ਹਨ ਕੌਸ਼ਲ, ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਨੂੰ ਅੱਜ ਦੇ ਚੈਨਲ 'ਤੇ ਕਰਵਾਏ ਨੇ। ਤੁਸੀਂ ਸਾਰੇ ਪ੍ਰਸ਼ਨ ਨੋਟ ਕਰਨੇ ਨੇ, ਇੰਪੋਰਟੈਂਟ ਪ੍ਰਸ਼ਨ ਨੇ। ਪ੍ਰਸ਼ਨ ਸੌਖੇ ਹੋਣ ਜਾਂ ਔਖੇ ਹੋਣ, ਜਦੋਂ ਟੈਸਟ ਆਉਂਦਾ ਹੈ ਤਾਂ ਅਸੀਂ ਸੋਚਦੇ ਹਾਂ। ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ। ਇਸ ਤੋਂ ਇਲਾਵਾ ਫੇਸਬੁੱਕ 'ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ 'ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ, ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। PTET 1 ਤੇ 2 ਦੀ ਤੇ ਹੋਰ ਗਵਰਨਮੈਂਟ ਜੌਬ ਨਾਲ ਸੰਬੰਧਿਤ ਤਿਆਰੀ ਕਰੋ। ਧੰਨਵਾਦ।